ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚ ਚੁੱਕੀ ਹੈ। ਅਮਰੀਕਾ ਦੇ ਗੁਰਮਤਿ ਟੀਵੀ ਅਤੇ ਕੈਨੇਡਾ ਦੇ ਗੁਰਗਿਆਨ ਟੀਵੀ ਦਾ ਉਪਰਾਲਾ ਹਰ ਘਰ ਵਿੱਚ ਪਹੁੰਚਿਆ। ਇਹ ਜੋ ਸਾਡਾ ਸਵਾਲ ਜਿਸ ਨੇ ਪੜ੍ਹਿਆ, ਜਿਸ ਨੇ ਸੁਣਿਆ, ਉਹਦੇ ਹਿਰਦੇ 'ਚ ਮਿੱਠਾ ਜਿਹਾ ਹਲੂਣਾ ਮਿਲਦਾ ਹੈ ਜਦੋਂ ਇਹ ਸਵਾਲ ਸਾਹਮਣੇ ਹੁੰਦਾ ਹੈ, ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਨੈਚੁਰਲੀ ਇਸ ਸਵਾਲ ਨੂੰ ਸਾਹਮਣੇ ਰੱਖ ਕੇ ਹਰ ਬੰਦਾ ਆਪਣੇ ਆਪ ਨੂੰ ਇਸ ਸਵਾਲ ਨਾਲ ਜਦੋਂ ਕੰਪੈਰੀਜ਼ਨ ਕਰਕੇ ਦੇਖਦਾ ਹੈ, ਫਿਰ ਇਹਨੂੰ ਲੱਗਦਾ ਹੈ ਕਿਤੇ ਮੈਂ ਲੇਜ਼ੀ ਤਾਂ ਨਹੀਂ, ਕਿਤੇ ਮੈਂ ਇਗਨੋਰੈਂਟ ਤਾਂ ਨਹੀਂ, ਮੈਂ ਲਾਪਰਵਾਹ ਤਾਂ ਨਹੀਂ ਹੋ ਗਿਆ। ਸੱਚਮੁੱਚ ਹੀ ਮੈਨੂੰ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੀਦਾ ਹੈ। ਹੁਣ ਤੇ ਬੜਾ ਸੌਖਾ ਹੈ, ਸਿਰਫ ਗੁਰੂ ਦੇ ਪਿਆਰ ਵਿੱਚ 35-40 ਮਿੰਟ ਕੱਢਣੇ ਨੇ। YouTube ਤੇ ਜਾਣਾ ਹੈ, ਗੁਰਗਿਆਨ ਟੀਵੀ ਸਬਸਕ੍ਰਾਈਬ ਕਰਨਾ ਹੈ ਤੇ ਰੋਜ਼ਾਨਾ ਇੱਕ ਵੀਡੀਓ ਅਪਲੋਡ ਹੋ ਰਹੀ ਹੈ। ਉਸ ਨੂੰ ਨੇਤਰਾਂ ਦੇ ਨਾਲ, ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ ਤੇ ਕੰਨਾਂ ਦੇ ਨਾਲ ਸੁਣਨਾ ਹੈ। ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਗੁਰੂ ਦਾ ਨਜ਼ਰੀਆ, ਗੁਰੂ ਦੇ ਉਪਦੇਸ਼, ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ ਬਾਰੇ ਪਤਾ ਲੱਗਦਾ ਹੈ। ਜੇ ਤੁਸੀਂ ਇਸ ਸਵਾਲ ਨੂੰ ਪੜ੍ਹਦਿਆਂ ਸੁਣਦਿਆਂ ਕਿ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਤੇ ਅੰਦਰ ਸ਼ੁਕਰਾਨਾ ਜਾਗ ਰਿਹਾ, ਸ਼ੁਕਰ ਵਾਹਿਗੁਰੂ ਜੀ ਦਾ, ਹਾਂਜੀ ਕਰ ਦਿੱਤਾ ਜੀ, ਸਗੋਂ ਅਸੀਂ ਤਾਂ ਹੋਰਾਂ ਨੂੰ ਵੀ ਪ੍ਰੇਰਿਤ ਕਰ ਦਿੱਤਾ ਹੈ, ਤਾਂ ਬਹੁਤ ਵੱਡੀ ਖੁਸ਼ੀ ਹੈ, ਬਹੁਤ ਵੱਡਾ ਆਨੰਦ ਹੈ। ਜੇ ਹਾਲੇ ਸ਼ੁਰੂ ਨਹੀਂ ਕੀਤਾ ਤੇ ਅੱਜ ਹੀ ਸ਼ੁਰੂ ਕਰਨਾ ਹੈ। ਆਪਾਂ ਗੁਰੂ ਕੇ ਗੁਰਸਿੱਖਾਂ, ਆਪਾਂ ਤਾਂ ਘਰ ਘਰ ਤੱਕ ਸੰਦੇਸ਼ ਲਿਜਾਣਾ ਹੈ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ, ਅਸੀਂ ਅਵੇਸਲੇ ਨਾ ਰਹਿ ਜਾਈਏ, ਸਾਰਿਆਂ ਨੂੰ ਪ੍ਰੇਰਿਤ ਕਰੀਏ। ਅੱਜ ਸਮਾਂ ਮੰਗ ਕਰਦਾ ਹੈ ਗੁਰੂ ਦੇ ਉਪਦੇਸ਼, ਗੁਰੂ ਦੀਆਂ ਸਿੱਖਿਆਵਾਂ ਨੂੰ ਆਪ ਸਮਝੀਏ, ਸੋਚ ਸੁਭਾਅ 'ਤੇ ਲਾਗੂ ਕਰੀਏ, ਸਿੱਖੀਏ ਤੇ ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਪੰਨਾ ਨੰਬਰ 248। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਸ਼ੁਰੂ ਹੋ ਰਿਹਾ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਵਾਹਿਗੁਰੂ ਜੀ, ਤੇਰੇ ਮਹਿਲ ਬੜੇ ਉੱਚੇ ਨੇ, ਪਾਰ ਹੈ, ਕਿਉਂਕਿ ਸਾਰਾ ਯੂਨੀਵਰਸ, ਸਾਇੰਸ ਤੇ ਕਹਿੰਦੀ ਹੈ ਇਸ ਯੂਨੀਵਰਸ ਤੋਂ ਇਲਾਵਾ ਹੋਰ ਵੀ ਬਹੁਤ ਯੂਨੀਵਰਸ ਨੇ। ਫਿਰ ਇਹਦਾ ਮਤਲਬ ਜੋ ਕੁਛ ਤੱਕ ਹਲੇ ਨਹੀਂ ਵੀ ਪਤਾ ਲੱਗਿਆ, ਸਾਰਾ ਤੇਰਾ ਮਹਿਲ ਹੈ, ਬੇਅੰਤ ਹੈ, ਅਪਾਰ ਹੈ, ਕਮਾਲ ਹੈ। ਮੋਹਨ ਤੇਰੇ ਸੋਹਨ ਦੁਆਰ ਜੀਓ, ਸੰਤ ਧਰਮਸ਼ਾਲਾ। ਇਹ ਮੋਹਨ, ਮਨ ਨੂੰ ਮੋਹਣ ਵਾਲੇ ਵਾਹਿਗੁਰੂ ਜੀਓ, ਤੁਹਾਡਾ ਦੁਆਰਾ ਬੜਾ ਸੋਹਣਾ ਹੈ, ਸੋਹਣੇ ਹੈ ਤੁਹਾਡੇ ਦੁਆਰ, ਦਰਵਾਜ਼ੇ, ਜਿੱਥੋਂ ਦੀ ਲੰਘੀ ਦਾ ਮਨ ਨੇ ਵਾਹਿਗੁਰੂ ਜੀ ਦੇ ਮਹਿਲ ਵਿੱਚ ਜਾਣਾ ਹੋਵੇ ਤੇ ਪ੍ਰੀਤ ਵੀ ਇੱਕ ਦੁਆਰਾ ਹੈ, ਭਾਵਨਾ ਵੀ ਇੱਕ ਦਰਵਾਜ਼ਾ ਹੈ, ਸਿਦਕ ਵੀ ਇੱਕ ਦਰਵਾਜ਼ਾ ਹੈ, ਵਿਸ਼ਵਾਸ ਵੀ ਇੱਕ ਦਰਵਾਜ਼ਾ ਹੈ। ਇਹ ਸਾਰੇ ਦੁਆਰੇ ਵਾਹਿਗੁਰੂ ਜੀ ਦੇ ਦਰਵਾਜ਼ੇ ਬੜੇ ਸੋਹਣੇ ਨੇ ਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਅੰਦਰੋਂ ਜੋਗੀ ਤੇ ਬਾਹਰੋਂ ਸਿਪਾਹੀ ਬਣ ਕੇ ਵਿਚਰਨ ਵਾਲੇ ਵਾਹਿਗੁਰੂ, ਅੰਦਰੋਂ ਜੋਗੀ ਤੇ ਬਾਹਰੋਂ ਰਾਜੇ ਬਣ ਕੇ ਵਿਚਰਨ ਵਾਲੇ, ਬਾਹਰੋਂ ਸਿਪਾਹੀ ਤੇ ਅੰਦਰੋਂ ਸੰਤ ਬਣ ਕੇ ਵਿਚਰਨ ਵਾਲੇ, ਧਰਮਸ਼ਾਲਾ। ਉਹਨਾਂ ਦੇ ਲਈ ਜੇ ਤੇਰਾ ਮਹਿਲ ਵੱਡਾ ਹੈ, ਤੇਰੀ ਧਰਮਸ਼ਾਲਾ ਵੀ ਵੱਡੀ ਹੈ। ਆ ਦੋ ਚੀਜ਼ਾਂ ਸਮਝਿਓ, ਦੁਆਰਾ, ਮਹਿਲ ਤੇ ਧਰਮਸ਼ਾਲਾ।
ਜੇ ਸਮੁੱਚਾ ਯੂਨੀਵਰਸ ਵਾਹਿਗੁਰੂ ਜੀ ਦਾ ਮਹਿਲ ਹੈ, ਤੇ ਧਰਤੀ ਰੱਬ ਦੀ ਧਰਮਸ਼ਾਲਾ ਹੈ। ਜਪਜੀ ਸਾਹਿਬ ਸਿੱਖਿਆ ਸੀ ਨਾ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਤੇ ਵਾਪਰ ਰਹੇ ਹਰ ਵਰਤਾਰੇ ਤੋਂ ਤੇਰੇ ਸੰਤ ਤੇਰੇ ਪਿਆਰੇ ਗੁਰਸਿੱਖ ਸਿੱਖਦੇ ਨੇ, ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਵਰਤਾਰੇ ਵਰਤ ਰਹੇ ਨੇ। ਆਖੋ ਵਾਹਿਗੁਰੂ। ਹਰ ਵਰਤਾਰੇ ਵਿੱਚ ਸੱਚਾ ਗਿਆਨ। ਸਾਰੀ ਧਰਤੀ ਉਹਦੀ ਧਰਮਸ਼ਾਲਾ ਹੈ। ਜਦੋਂ ਧਰਮ ਸਿੱਖਣ ਦੀ ਜਾਂਚ ਆ ਗਈ ਨਾ, ਫਿਰ ਪਤਾ ਲੱਗੇਗਾ ਕਿ ਸਾਡੇ ਅੰਦਰ ਵਾਹਿਗੁਰੂ ਜੀ ਦਾ ਮਿਲਾਪ ਅੰਦਰੋਂ ਹੋਣਾ ਹੈ। ਤੇ ਅੰਦਰ ਜੋ ਕੁਝ ਵੀ ਚਾਹੀਦਾ, ਲਗਨ ਚਾਹੀਦੀ ਹੈ, ਜਜ਼ਬਾ ਚਾਹੀਦਾ ਹੈ, ਜਨੂਨ ਚਾਹੀਦਾ ਹੈ, ਬੈਰਾਗ ਚਾਹੀਦਾ ਹੈ, ਗੁਣ ਚਾਹੀਦੇ ਨੇ, ਵਿਸ਼ਵਾਸ ਚਾਹੀਦਾ ਹੈ, ਪ੍ਰੀਤ ਚਾਹੀਦੀ ਹੈ। ਇਹ ਦੁਆਰੇ ਨੇ ਵਾਹਿਗੁਰੂ ਜੀ ਦੇ ਬਹੁਤ ਸੋਹਣੇ। ਆਖੋ ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹਿ। ਤੇ ਫਿਰ ਇਸ ਧਰਮਸ਼ਾਲਾ ਤੋਂ ਸਿੱਖਣ ਵਾਸਤੇ ਇੱਕ ਧਰਮਸ਼ਾਲ ਹੈ ਗੁਰੂ ਕੀ ਸੰਗਤ। ਸੰਗਤ ਵੱਖ-ਵੱਖ ਕਿਸਮ ਵਿੱਚ ਹੈ। ਜਿੱਥੇ ਗੁਰਦੁਆਰਾ ਸਾਹਿਬ ਹੈ, ਗੁਰੂ ਘਰ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਥੇ ਸਜਿਆ ਹੋਇਆ ਦੀਵਾਨ ਉਹ ਵੀ ਧਰਮਸ਼ਾਲਾ ਹੈ। ਸਤਸੰਗਤ ਉਹ ਵੀ ਧਰਮਸ਼ਾਲਾ ਹੈ ਧਰਮ ਸਿੱਖਣ ਵਾਸਤੇ। ਜੇ ਕਿਤੇ ਕੋਈ ਪੰਥਕ ਸਮਾਗਮ ਹੋ ਰਿਹਾ, ਉੱਥੇ ਗੁਰੂ ਦੀ ਹਜ਼ੂਰੀ ਸਜੀ ਹੋਈ ਸੰਗਤ ਉਹ ਵੀ ਧਰਮ ਸਿੱਖਣ ਵਾਸਤੇ ਸਕੂਲ ਹੈ ਸਾਡਾ ਧਰਮਸ਼ਾਲ। ਸਤ ਸੰਗਤ ਚਟਸਾਲ ਹੈ। ਆਤਮਿਕ ਜੀਵਨ ਦੀ ਜੁਗਤ ਸਿੱਖਣ ਵਾਸਤੇ ਇਹ ਸਕੂਲ ਹੈ। ਧਰਮ ਸਿੱਖਣ ਵਾਸਤੇ ਧਰਮਸ਼ਾਲ। ਕਿਸੇ ਦੇ ਘਰ ਵਿੱਚ ਗੁਰੂ ਮਹਾਰਾਜ ਦਾ ਸਰੂਪ ਹੈ, ਜਾਂ ਪੋਥੀਆਂ ਨੇ ਜਾਂ ਗੁਟਕੇ ਨੇ, ਉੱਥੇ ਬੈਠ ਕੇ ਉਹ ਪਾਠ ਕਰਦੇ ਨੇ, ਇਹ ਵੀ ਧਰਮਸ਼ਾਲਾ ਹੈ। ਇਹ ਵੀ ਧਰਮ ਸਿੱਖਣ ਦਾ ਯਤਨ ਹੈ। ਇਲੈਕਟ੍ਰੋਨਿਕ ਮੀਡੀਆ ਰਾਹੀਂ ਤੁੱਛ ਜਾਂ ਖਜ਼ਾਨਾ ਜਿੰਨੀ ਕੁ ਸਮਝ ਆਈ ਹੈ ਵੰਡਣ ਵਾਸਤੇ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ। ਇੱਥੇ ਬੈਠਾ ਰਿਕਾਰਡਿੰਗ ਹੋ ਰਹੀ ਹੈ, ਇਹ ਵੀ ਇੱਕ ਧਰਮਸ਼ਾਲਾ ਹੀ ਹੈ। ਤੁਹਾਡੇ ਘਰ ਪਹੁੰਚਦਾ, ਜਿੱਥੇ ਬੈਠ ਕੇ ਤੁਸੀਂ ਇਹ ਸੁਣ ਰਹੇ ਹੋ, ਇਹ ਵੀ ਇੱਕ ਧਰਮਸ਼ਾਲਾ ਹੀ ਹੈ। ਬੜੀ ਬੇਅੰਤ ਖੇਡਾਂ ਵਾਪਰਦੀਆਂ ਨੇ ਕਿ ਜਿੱਥੇ ਜਿੱਥੇ ਕਿਸੇ ਵੀ ਤਰ੍ਹਾਂ ਦੀ ਜੋ ਸੰਗਤ ਹੁੰਦੀ ਹੈ, ਸੰਗਤ ਦੇ ਵਿੱਚ ਵਾਹਿਗੁਰੂ ਜੀ ਦੀ ਸਿਫਤ ਸਲਾਘਾ ਹੁੰਦੀ ਹੈ। ਸਦਾ ਕੀਰਤਨ ਗਾਵਹਿ। ਇੱਥੋਂ ਸਿੱਖ ਕੇ ਪਿਆਰੇ ਹਰ ਵੇਲੇ ਉਹਦੀ ਸਿਫਤ ਸਲਾਘਾ ਵਿੱਚ ਜਿਉਂਦੇ ਨੇ। ਸਦਾ ਜਹਾਂ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝਹਿ ਧਿਆਵਹਿ। ਉਹ ਜਿੱਥੇ ਵੀ ਇਕੱਠੇ ਹੁੰਦੇ ਨੇ, ਇੱਕ ਦੂਜੇ ਨੂੰ ਮਿਲਦੇ ਨੇ, ਵਿਚਾਰਾਂ ਕਰਦੇ ਨੇ, ਧਿਆਨ ਤੇਰੇ ਵੱਲ ਜਾਂਦਾ ਤੇ ਤੈਨੂੰ ਧਿਆਉਂਦੇ ਨੇ। ਆਖੋ ਵਾਹਿਗੁਰੂ। ਤੁਹਾਡੇ ਗੁਣਾਂ ਬਾਰੇ, ਤੁਹਾਡੇ ਗਿਆਨ ਬਾਰੇ, ਤੁਹਾਡੇ ਨਿਯਮਾਂ ਬਾਰੇ ਵਿਚਾਰਾਂ ਕਰਦੇ ਨੇ। ਕਰ ਦਇਆ ਮਇਆ ਦਇਆਲ ਸੁਆਮੀ, ਓ ਦੀਨ ਕਿਰਪਾਰਾ। ਵਾਹਿਗੁਰੂ ਜੀ ਸਾਡੇ ਤੇ ਦਇਆ ਕਰੋ, ਕਿਰਪਾ ਕਰੋ ਵਾਹਿਗੁਰੂ, ਮਿਹਰ ਕਰੋ, ਦਇਆਲੂ ਹੋ, ਸਾਡੇ ਮਾਲਕ ਹੋ, ਤੁਸੀਂ ਕਿਰਪਾ ਦੇ ਸਾਗਰ ਹੋ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ ਬਿਨਵੰਤ ਨਾਨਕ। ਨਾਨਕ ਜੀ ਬੇਨਤੀ ਕਰਦੇ ਨੇ, ਸਾਨੂੰ ਸਿਖਾਉਂਦੇ ਨੇ ਅਰਦਾਸ ਕਰਨੀ, ਬੇਨਤੀ ਕਰਨੀ। ਬੇਨਤੀ ਬੋਲ ਕੇ ਨਹੀਂ ਲੋੜ, ਅੰਦਰ ਇੱਕ ਤੜਪ ਹੈ, ਅੰਦਰ ਇੱਕ ਭੁੱਖ ਹੈ। ਕਿਹੜੀ? ਇੱਕ ਤਾਂ ਦਰਸ ਪਿਆਸੇ, ਤੁਹਾਡੇ ਦੀਦਾਰ ਹੁੰਦੇ ਰਹਿਣ। ਇਹ ਤਿੰਨ ਗੱਲਾਂ ਯਾਦ ਰੱਖਿਓ। ਰੱਬ ਦਾ ਰੂਪ ਹੈ ਸੱਚਾ ਗਿਆਨ। ਹਰ ਵਰਤਾਰੇ ਵਿੱਚੋਂ ਜਦੋਂ ਗਿਆਨ ਮਹਿਸੂਸ ਹੋ ਗਿਆ, ਉਹ ਗਿਆਨ ਰੂਪੀ ਦੀਦਾਰ ਨੇ। ਆਖੋ ਵਾਹਿਗੁਰੂ। ਹਰ ਇੱਕ ਵਿੱਚ ਗੁਣ ਨੇ, ਜਦੋਂ ਗੁਣ ਮਹਿਸੂਸ ਹੋ ਗਏ, ਉਹ ਗੁਣ ਬਣ ਕੇ ਦੀਦਾਰ ਦੇ ਦਿੱਤੇ। ਨਿਜ਼ਮ ਵਾਪਰਿਆ, ਨਿਜ਼ਮ ਬਣ ਕੇ ਰੱਬ ਨੇ ਦੀਦਾਰ ਦੇਣਾ। ਦੂਸਰੀ ਬਾਤ, ਸੁੱਖ ਸਾਰਾ, ਉਹਦੇ 'ਚ ਇੱਕ ਆਤਮਿਕ ਸੁੱਖ ਮਿਲਦਾ ਹੈ। ਉਸ ਨੂੰ ਗੁਰੂ ਕੇ ਪਿਆਰੇ ਆਪਣੇ ਹਿਰਦੇ 'ਚ ਸੰਭਾਲਦੇ ਨੇ। ਉਹ ਆਤਮਿਕ ਸੁੱਖ, ਗੁਰੂ ਦੀ ਬਖਸ਼ੀ ਹੋਈ ਸੋਝੀ, ਬਖਸ਼ਿਸ਼, ਸੰਤੁਸ਼ਟੀ,
ਤੇ ਗੁਰੂ ਦੇ ਦੀਦਾਰ, ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਣਾ, ਵਾਹਿਗੁਰੂ ਜੀ ਦੇ ਦੀਦਾਰ, ਬਸ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਆਖੋ ਵਾਹਿਗੁਰੂ। ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ। ਵਾਹਿਗੁਰੂ ਜੀ, ਤੁਹਾਡੇ ਬਚਨ ਅਨੂਪ ਨੇ, ਉਪਮਾ ਤੋਂ ਰਹਿਤ। ਰੱਬ ਦੇ ਬਚਨ, ਰੱਬ ਦਾ ਸੱਚਾ ਗਿਆਨ ਹੈ, ਹਰ ਵਰਤਾਰੇ ਵਿੱਚ ਹੈ। ਤੇ ਸੌਖੇ ਗੁਰੂ ਰੱਬ ਦੇ ਬਚਨ ਸਮਝਣੇ ਨੇ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਰੱਬ ਦੇ ਬਚਨ ਨੇ, ਉਪਦੇਸ਼, ਸਿੱਖਿਆ। ਇਹਦੇ ਕੰਪੈਰੇਟਿਵਲੀ ਅਸੀਂ ਕੋਈ ਹੋਰ ਚੀਜ਼ ਨਹੀਂ ਰੱਖ ਸਕਦੇ। ਅਨੂਪ, ਉਪਮਾ ਤੋਂ ਰਹਿਤ, ਜਿਹਦਾ ਕੰਪੈਰੀਜ਼ਨ ਹੀ ਨਹੀਂ ਹੋ ਸਕਦਾ, ਉਹਨੂੰ ਕੰਪੇਅਰ ਹੀ ਨਹੀਂ ਕਰ ਸਕਦੇ ਅਸੀਂ, ਉਹਦੀ ਤੁਲਨਾ ਨਹੀਂ ਹੋ ਸਕਦੀ। ਜਿਸ ਨੇ ਉਹਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉ ਲਿਆ, ਵਾਹਿਗੁਰੂ ਜੀ ਤੁਹਾਡੇ ਬਚਨਾਂ ਨੂੰ ਮੰਨ ਕੇ ਜੀਵਨ ਜਿਉਣ ਦੀ ਜਿਹੜੀ ਚਾਲ ਹੈ ਉਹ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਦੁਨੀਆ ਨਾਲ ਵੱਖਰੀ। ਆਖੋ ਵਾਹਿਗੁਰੂ। ਮੋਹਨ ਤੂੰ ਮਾਨਹਿ ਏਕ ਜੀ, ਅਬਰ ਸਬਰਾਲੀ। ਵਾਹਿਗੁਰੂ ਜੀ, ਤੁਹਾਨੂੰ ਸਦੀਵੀ ਮੰਨਦੇ ਹਾਂ। ਰੱਬ ਦੇ ਪਿਆਰੇ ਰੱਬ ਨੂੰ ਸਥਿਰ ਮੰਨਦੇ ਨੇ। ਉਹ ਸਦੀਵੀ ਹੈ, ਸਦਾ ਮਦਦਗਾਰ ਹੈ, ਅਬਰ ਸਬਰਾਲੀ, ਬਾਕੀ ਸਭ ਨਾਸ਼ਵੰਤ ਹੈ। ਹਰ ਸਮੇਂ ਸਾਥ ਦੇਣ ਵਾਲਾ ਹੋਰ ਕੁਝ ਵੀ ਨਹੀਂ। ਆਖੋ ਵਾਹਿਗੁਰੂ। ਹਰ ਵੇਲੇ, ਹਰ ਦੁੱਖਾਂ ਸੁੱਖਾਂ ਤੇ ਨਿਭਣ ਵਾਲਾ ਹੋਰ ਕੋਈ ਵੀ ਨਹੀਂ, ਕੇਵਲ ਵਾਹਿਗੁਰੂ ਜੀ ਤੁਸੀਂ ਹੋ। ਮਾਨੈ ਤਾਂ ਏਕ ਅਲੇਖ ਠਾਕੁਰ, ਮਾਨੈ ਤਾਂ ਏਕ ਅਲੇਖ ਠਾਕੁਰ, ਜਿਨਹਿ ਸਭ ਕਲ ਧਾਰੀਆ। ਪਿੱਛੇ ਸੀ ਅਬਰ ਸਭ ਰਾਲੀ, ਬਿਨਸਨਹਾਰ, ਰਾਲੀ, ਸਦਾ ਨਿਭਣ ਵਾਲੀ ਨਹੀਂ। ਮਾਨੈ ਤਾਂ ਏਕ ਅਲੇਖ ਠਾਕੁਰ, ਠਾਕੁਰ ਮਾਲਕ ਮੇਰੇ ਅਲੇਖ ਨੇ, ਜਿਨ੍ਹਾਂ ਬਾਰੇ ਲਿਖਿਆ, ਦੱਸਿਆ, ਵਿਖਿਆਨਿਆ ਨਹੀਂ ਜਾ ਸਕਦਾ। ਕੋਈ ਵੀ ਲਿਖਤ, ਕੋਈ ਵੀ ਵਿਖਿਆਨ ਫਾਈਨਲ ਵਰਜ਼ਨ ਨਹੀਂ ਹੋ ਸਕਦਾ, ਆਖਰੀ ਸੱਚ ਨਹੀਂ ਹੈ। ਜਿੰਨੀ ਕੁ ਸਮਝ ਆ ਗਈ ਦੱਸ ਦਿੱਤਾ ਹੈ। ਉਸ ਨੂੰ ਆਪਣਾ ਸਭ ਤੋਂ ਵੱਡਾ ਓਟ ਆਸਰਾ ਮੰਨਦੇ ਨੇ ਰੱਬ ਦੇ ਪਿਆਰੇ। ਉਹਨਾਂ ਨੂੰ ਇੱਕ ਵਿਸ਼ਵਾਸ ਹੈ, ਜਿਨ੍ਹਾਂ ਹੈ ਸਭ ਕਲ ਧਾਰੀ ਆ, ਜਿਸ ਵਾਹਿਗੁਰੂ ਜੀ ਨੇ ਆਪਣੀਆਂ ਸ਼ਕਤੀਆਂ ਦਾ ਵਰਤਾਰਾ ਹਰ ਥਾਂ 'ਤੇ ਰੱਖਿਆ ਹੋਇਆ ਹੈ। ਜੋ ਕੁਛ ਵੀ ਵਰਤਾਰੇ ਵਰਤ ਰਹੇ ਨੇ, ਰੱਬ ਦੇ ਨਿਜ਼ਮ ਵਿੱਚ ਰੱਬ ਦੀਆਂ ਸ਼ਕਤੀਆਂ ਵਰਤ ਰਹੀਆਂ ਨੇ। ਇਸ ਲਈ ਉਹਦੇ 'ਚੋਂ ਸੱਚਾ ਗਿਆਨ ਮਿਲ ਸਕਦਾ ਹੈ, ਅਗਰ ਸਾਡਾ ਸੁਭਾਅ ਤੇ ਸਾਡੀ ਸੋਚ ਗਿਆਨ ਖੰਡ ਵਿੱਚ ਪਹੁੰਚ ਜਾਵੇ, ਭਾਵ ਉਹ ਲੈਵਲ ਵਿੱਚ ਪਹੁੰਚ ਜਾਵੇ ਕਿ ਧਰਤੀ ਨੂੰ ਧਰਮਸ਼ਾਲਾ ਮੰਨੇ ਤੇ ਹਰ ਵਰਤਾਰੇ ਵਿੱਚੋਂ ਧਰਮ ਸਿੱਖਣਾ। ਆਖੋ ਵਾਹਿਗੁਰੂ। ਇਹ ਭਾਵਨਾ ਬਣ ਜਾਵੇ। ਤੁਧ ਬਚਨ ਗੁਰ ਕੈ ਵਸ ਕੀਆ, ਆਦ ਪੁਰਖ ਬਨਵਾਰੀਆ। ਹੈ ਵਾਹਿਗੁਰੂ ਜੀ, ਤੁਸੀਂ ਆਦ ਪੁਰਖ ਹੋ, ਤੁਹਾਡੀ ਹਸਤੀ, ਤੁਹਾਡੀ ਐਗਜ਼ਿਸਟੈਂਸ ਮੁੱਢ ਤੋਂ ਹੈ। ਬਨਵਾਰੀਆ, ਇਸ ਸੰਸਾਰ ਨੂੰ ਸੰਵਾਰਨ ਸ਼ਿੰਗਾਰਨ ਵਾਲੇ ਹੋ ਤੁਸੀਂ। ਗੁਰੂ ਦੇ ਬਚਨਾਂ ਨੂੰ ਮੰਨ ਕੇ ਤੁਹਾਨੂੰ ਵਸ ਕੀਤਾ। ਆਖੋ ਵਾਹਿਗੁਰੂ। ਵਸ ਕੀਤਾ ਭਾਵ ਤੁਹਾਡੀਆਂ ਖੁਸ਼ੀਆਂ ਬਖਸ਼ਿਸ਼ ਲੈ ਲਈ। ਤੁਸੀਂ ਖੁਸ਼ ਹੋ ਗਏ ਜਿਨ੍ਹਾਂ ਨੇ ਗੁਰ ਸਰੂਪ ਨੂੰ ਮੰਨਿਆ, ਉਪਦੇਸ਼ ਨੂੰ ਮੰਨਿਆ, ਸੱਚੇ ਗਿਆਨ ਦੀਆਂ ਸਿੱਖਿਆਵਾਂ ਨੂੰ ਮੰਨਿਆ। ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ। ਵਾਹਿਗੁਰੂ ਜੀ, ਜੋ ਕੁਛ ਵੀ ਸੰਸਾਰ ਵਿੱਚ ਚੱਲ ਰਿਹਾ ਹੈ, ਉਹਦੇ ਵਿੱਚ ਵੀ ਤੇਰਾ ਨਿਜ਼ਮ, ਤੇਰੀ ਹੋਂਦ ਹੈ, ਤੇਰੀ ਸ਼ਕਤੀ ਹੈ। ਜੇ ਕੋਈ ਇੱਕ ਥਾਂ ਟਿਕਿਆ ਹੋਇਆ ਰਹਿਆ, ਉਹਦੇ ਵਿੱਚ ਵੀ ਤੇਰੀ ਸ਼ਕਤੀ, ਤੇਰਾ ਨਿਜ਼ਮ ਹੈ। ਆਪ ਸਭ ਕਲ ਧਾਰੀਆ, ਤੂੰ ਹਰ ਥਾਂ 'ਤੇ ਆਪਣੀਆਂ ਸ਼ਕਤੀਆਂ, ਨਿਜ਼ਮ ਦਾ ਵਰਤਾਰਾ ਵਰਤਾਇਆ ਹੋਇਆ। ਆਖੋ ਵਾਹਿਗੁਰੂ। ਬਿਨਵੰਤ ਨਾਨਕ ਪੈਜ ਰਾਖਹੁ, ਸਭ ਸੇਵਕ ਸ਼ਰਨ ਤੁਮਾਰੀਆ। ਵਾਹਿਗੁਰੂ ਜੀ, ਸਾਰੇ ਸੇਵਕ ਤੁਹਾਡੀ ਸ਼ਰਨ ਵਿੱਚ, ਤੁਹਾਡੇ ਚਾਕਰ ਬਣ ਕੇ ਜਿਉਂਦੇ ਨੇ। ਬੇਨਤੀ ਹੈ, ਮੇਰੀ ਵੀ ਪੈਜ ਰੱਖੋ। ਆਖੋ ਵਾਹਿਗੁਰੂ। ਸਾਡੀ ਲਾਜ ਰੱਖੋ, ਸਾਨੂੰ ਬਖਸ਼ਿਸ਼ ਦਿਓ। ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਿਖਾ ਰਹੇ ਨੇ। ਬਿਨਵੰਤ ਨਾਨਕ, ਅੱਖਰੀ ਅਰਥ ਬਣਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ, ਪਰ ਇਹਨੂੰ ਇੱਦਾਂ ਸਮਝੀਏ ਕਿ ਗੁਰੂ ਸਾਹਿਬ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਨੇ। ਆਖੋ ਵਾਹਿਗੁਰੂ।
ਜਦੋਂ ਇੱਕ ਟੀਚਰ ਕਲਾਸਰੂਮ ਦੇ ਵਿੱਚ ਬਲੈਕ ਬੋਰਡ 'ਤੇ ਲਿਖਿਆ ਹੋਇਆ ਪੜ੍ਹਦਾ ਹੈ ਨਾ, ਉਹ ਸਾਨੂੰ ਸਿਖਾ ਰਿਹਾ ਹੈ ਕਿ ਉਹ ਲਿਖ ਰਿਹਾ ਹੈ ਕਿ ਮੈਂ ਬੇਨਤੀ ਕਰਦਾ ਹਾਂ, ਪੜ੍ਹੋ ਵੀ ਮੈਂ ਬੇਨਤੀ ਕਰਦਾ ਹਾਂ। ਉਹ ਆਪ ਨਹੀਂ ਕਹਿ ਰਿਹਾ ਹੁੰਦਾ ਮੈਂ ਬੇਨਤੀ ਕਰਦਾ, ਉਹ ਸਾਨੂੰ ਸਿਖਾ ਰਿਹਾ ਹੁੰਦਾ ਵੀ ਪੜ੍ਹੋ ਕਿ ਮੈਂ ਬੇਨਤੀ ਕਰ ਰਿਹਾ। ਇਸੇ ਤਰ੍ਹਾਂ ਜਿੱਥੇ ਜਿੱਥੇ ਬਿਨਵੰਤ ਨਾਨਕ ਸ਼ਬਦ ਆਉਂਦਾ ਹੈ, ਨਾਨਕ ਬੇਨਤੀ ਕਰਦੇ ਨੇ, ਇਹ ਸ਼ਬਦ ਅਖਰੀ ਅਰਥ ਬਣਦੇ ਨੇ। ਇਹਦਾ ਮਤਲਬ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਨੇ। ਆਖੋ ਵਾਹਿਗੁਰੂ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਵਾਹਿਗੁਰੂ ਜੀ, ਜਦੋਂ ਮਨ ਸੱਚ ਦੀ ਸੰਗਤ ਕਰਦਾ ਹੈ, ਗੁਰਬਾਣੀ ਦੇ ਵਿੱਚ, ਗੁਰਬਾਣੀ ਦੇ ਅੰਦਰ ਝਾਤੀ ਮਾਰਾਂਗੇ। ਜਿੰਨਾ ਚਿਰ ਆਪ ਸਹਿਜ ਪਾਠ ਨਹੀਂ ਸੀ ਨਾ ਕਰਦੇ, ਅਰਥਾਂ ਸਮੇਤ ਸਹਿਜ ਪਾਠ ਨਹੀਂ ਸੀ ਕਰਦੇ, ਉਹਨਾਂ ਚਿਰ ਪਤਾ ਨਹੀਂ ਸੀ ਲੱਗਦਾ ਅੰਦਰ ਕੀ ਹੈ। ਗੁਰਬਾਣੀ ਦੇ ਅੰਦਰ ਕਮਾਲ ਹੀ ਕਮਾਲ ਹੈ। ਜਿਹੜੇ ਮੁੱਲ ਦੇ ਪਾਠ ਕਰਵਾ ਲੈਂਦੇ ਨੇ, ਭੇਟਾ ਦੇ ਕੇ ਦੂਸਰਿਆਂ ਤੋਂ ਪਾਠ ਕਰਵਾ ਲੈਂਦੇ ਨੇ, ਆਪ ਸੁਣਦੇ ਨਹੀਂ, ਬੈਠਦੇ ਨਹੀਂ ਕੋਲ, ਉਹਨਾਂ ਨੂੰ ਨਹੀਂ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀ ਹੈ। ਜ਼ਿਆਦਾ ਪ੍ਰਚਾਰਿਆ ਹੀ ਉਸ ਤਰ੍ਹਾਂ ਗਿਆ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲਾ ਖਜ਼ਾਨਾ 5% ਵੀ ਨਹੀਂ ਪਹੁੰਚ ਸਕਿਆ। ਜਦੋਂ ਗੁਰਬਾਣੀ ਨੂੰ ਅੰਦਰੋਂ ਸਮਝਦੇ ਆ ਨਾ, ਤੇ ਅੰਦਰ ਸੱਚਾ ਗਿਆਨ ਹੈ, ਉਹ ਸੱਚ ਦੀ ਸੰਗਤ ਕੀ ਹੈ। ਜਦੋਂ ਮਨ ਨੂੰ ਚੰਗਾ ਲੱਗਦਾ ਗੁਰੂ ਦਾ ਉਪਦੇਸ਼, ਮੰਨਣ ਦੀ ਭਾਵਨਾ ਜਾਗਦੀ ਹੈ, ਮੰਨਣ ਤੁਰਦਾ ਹੈ, ਇਹ ਸੱਚ ਦੀ ਸੰਗਤ ਹੈ। ਇਹਦੇ ਨਾਲ ਧਿਆਨ ਰੱਬ ਵੱਲ, ਰੱਬੀ ਮਾਰਗ ਵੱਲ ਜਾਂਦਾ ਹੈ, ਗੁਰੂ ਵੱਲ ਧਿਆਨ ਜਾਂਦਾ ਹੈ। ਮੋਹਨ ਤੁਧ ਸਤ ਸੰਗਤ ਧਿਆਵੈ। ਇੱਦਾਂ ਗੁਰੂ ਦੇ ਪਿਆਰੇ ਸੱਚ ਦੀ ਸੰਗਤ ਕਰਕੇ ਵਾਹਿਗੁਰੂ ਜੀ ਤੁਹਾਡੇ ਵੱਲ ਧਿਆਨ ਰੱਖ ਕੇ ਜੀਵਨ ਜਿਉਂਦੇ ਨੇ, ਤੁਹਾਨੂੰ ਧਿਆਉਂਦੇ ਨੇ। ਦਰਸ ਧਿਆਨਾ, ਤੇ ਹਰ ਵੇਲੇ ਇਹ ਧਿਆਨ ਹੁੰਦਾ ਕਿ ਤੁਹਾਡੇ ਦੀਦਾਰ ਹੋ ਰਹੇ ਨੇ, ਸੱਚੇ ਗਿਆਨ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ, ਨਿਯਮਾਂ ਦੇ ਰੂਪ ਵਿੱਚ। ਜਿਹੜੇ ਇਸ ਤਰ੍ਹਾਂ ਜਿਉਂਦੇ ਨੇ, ਮੋਹਨ ਜਮ ਨੇੜ ਨ ਆਵੈ ਤੁਧ ਜਪਹਿ ਨਿਦਾਨਾ। ਇਹ ਵਾਹਿਗੁਰੂ ਜੀ ਉਹ ਤੁਹਾਨੂੰ ਜਪਦੇ ਨੇ, ਤੁਹਾਡੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਜਿਉਂਦੇ ਨੇ। ਵਾਹਿਗੁਰੂ ਜੀ ਉਹ ਤੁਹਾਡੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਭੈ ਭਾਵਨੀ ਸ਼ੁਕਰਾਨੇ ਵੀ ਜਿਉਂਦੇ ਨੇ। ਆ 5 ਵਿਕਾਰਾਂ ਰੂਪੀ ਜਮ ਉਹਨਾਂ ਦੇ ਉੱਪਰ ਹਮਲਾ ਨਹੀਂ ਕਰਦੇ, ਨਿਦਾਨਾਂ ਅਖੀਰ ਦੇ ਉੱਪਰ ਉਹਨਾਂ ਨੂੰ ਰੋਕ ਨਹੀਂ ਸਕਦੇ। ਆਖੋ ਵਾਹਿਗੁਰੂ। ਉਹਨਾਂ ਨੂੰ ਆਤਮਿਕ ਮੌਤ ਨਹੀਂ ਲਿਆ ਸਕਦੇ, ਉਹ ਆਤਮਿਕ ਜੀਵਨ ਜਿਉਂਦੇ ਨੇ। ਜਮ ਕਾਲ ਤਿਨ ਕੋ ਲੱਗੈ ਨਾਹੀ, ਜੋ ਇੱਕ ਮਨ ਧਿਆਵੇ। ਜੋ ਅੰਦਰੋਂ ਧਿਆਨ ਵਾਹਿਗੁਰੂ ਜੀ ਵੱਲ ਰੱਖਦੇ ਨੇ ਤੇ ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਂਦੇ ਨੇ, ਜੋ ਦਾਤਾਂ ਵਰਤਦੇ ਨੇ ਤੇ ਧਿਆਨ ਦਾਤੇ ਵੱਲ ਰੱਖਦੇ ਨੇ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਉਹਨਾਂ ਦੇ ਅੰਦਰ ਹੁੰਦਾ ਹੈ। ਜੋ ਵਾਹਿਗੁਰੂ ਜੀ ਦੇ ਗੁਣਾਂ ਵੱਲ ਧਿਆਨ ਰੱਖਦੇ ਨੇ ਤੇ ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਉਹਨਾਂ ਦੇ ਵਿਕਾਰਾਂ ਰਾਹੀਂ ਆਈ ਹੋਈ ਆਤਮਿਕ ਮੌਤ ਜਮ ਕਾਲ ਤਿਨ ਕੋ ਲੱਗਾ ਨਹੀਂ, ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ, ਉਹ ਆਤਮਿਕ ਜੀਵਨ ਵਿੱਚ ਜਿਉਂਦੇ ਨੇ। ਕਿਵੇਂ? ਮਨ ਬਚਨ ਕਰਮ ਜੇ ਤੁਧ ਅਰਾਧ ਹੈ, ਸੇ ਸਭੇ ਫਲ ਪਾਵੇ। ਉਹ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਜੀ ਤੁਹਾਡੀ ਅਰਾਧਨਾ ਕਰਦੇ ਨੇ। ਮਨ ਕਰਕੇ ਉਹਨਾਂ ਦੇ ਅੰਦਰ ਵਿਚਾਰਧਾਰਾ ਗੁਰੂ ਦੇ ਉਪਦੇਸ਼ ਅਨੁਸਾਰ ਹੁੰਦੀ ਹੈ, ਉਹਨਾਂ ਦੇ ਅੰਦਰ ਸੋਚ ਨਜ਼ਰੀਆ ਗੁਰੂ ਦੇ ਨਜ਼ਰੀਏ ਅਨੁਸਾਰ ਹੁੰਦਾ ਹੈ, ਗੁਰੂ ਦੀ ਸੋਚ ਅਨੁਸਾਰ ਗੁਰਮਤ ਵਾਲਾ ਨਜ਼ਰੀਆ ਹੁੰਦਾ ਹੈ। ਉਹ ਪ੍ਰੈਕਟੀਕਲੀ, ਫਿਜ਼ੀਕਲੀ ਪਰਉਪਕਾਰ ਕਰਦੇ ਨੇ। ਬਚਨਾਂ ਕਰਕੇ ਉਹ ਡਿਸਕਸ਼ਨ ਕਰਦੇ ਨੇ, ਆਪ ਸਿੱਖਦੇ ਨੇ, ਹੋਰਨਾਂ ਨੂੰ ਵੰਡਦੇ ਨੇ। ਮਨ ਬਚਨ ਕਰਮ ਜੇ ਤੁਧੈ ਅਰਾਧੇ, ਸੇ ਸਭੇ ਫਲ ਪਾਵੇ। ਉਹ ਅਸਲੀ ਫਲ, ਬਖਸ਼ਿਸ਼ ਵਾਲਾ, ਆਤਮਿਕ ਜੀਵਨ ਵਾਲਾ, ਜ਼ਿੰਦਗੀ ਨੂੰ ਸਫਲ ਕਰਨ ਵਾਲਾ ਫਲ ਪ੍ਰਾਪਤ ਕਰ ਲੈਂਦੇ ਨੇ। ਸਭੇ ਫਲ ਕੀ ਹੋਇਆ? ਵਿਸ਼ਵਾਸ ਚਾਹੀਦਾ, ਉਹ ਵਿਸ਼ਵਾਸ ਪ੍ਰਾਪਤ ਕਰ ਲੈਂਦੇ ਨੇ। ਲਗਨ ਚਾਹੀਦੀ ਹੈ, ਉਹਨਾਂ ਨੂੰ ਲਗਨ ਮਿਲ ਜਾਂਦੀ ਹੈ। ਜਨੂਨ ਜਜ਼ਬਾ ਚਾਹੀਦਾ ਹੈ ਗੁਰੂ ਲਈ ਆਪਾ ਵਾਰਨ ਦਾ, ਇਹ ਮਿਲ ਜਾਂਦਾ ਹੈ। ਸੋਝੀ ਚਾਹੀਦੀ ਹੈ, ਸੋਝੀ ਮਿਲ ਜਾਂਦੀ ਹੈ। ਗੁਰਮਤ ਨਾਲ ਪਿਆਰ ਚਾਹੀਦਾ ਹੈ, ਗੁਰਮਤ ਦੀ ਸੋਝੀ ਚਾਹੀਦੀ ਹੈ। ਗੁਰਸਿੱਖੀ ਦਾ ਪਿਆਰ, ਗੁਰਸਿੱਖੀ ਦੀ ਸੋਝੀ ਚਾਹੀਦੀ ਹੈ। ਗੁਰਬਾਣੀ ਦੀ ਸੋਝੀ, ਗੁਰਬਾਣੀ ਨੂੰ ਦੇ ਅਨੁਸਾਰ ਆਪਾ ਵਾਰਨ ਦੀ ਭਾਵਨਾ, ਇਹ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਸਭੇ ਫਲ। ਪਰ ਜਿਹੜੇ ਮਨਮੁਖ ਨੇ, ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੁਗਿਆਨਾ। ਇਹ ਤੇ ਮਲ ਮੂਤ
ਇਹ ਕਹਾਵਤ ਹੈ। ਮਲ ਮੂਤਰ ਗੰਦਗੀ ਨੂੰ ਕਹਿੰਦੇ ਨੇ। ਜਿਨ੍ਹਾਂ ਦੀ ਸੋਚ ਤੇ ਸੁਭਾਅ ਗੰਦਾ ਹੁੰਦਾ ਹੈ, ਮੂਡ ਉਹ ਅਣਜਾਣ ਨੇ, ਮੁਗਧ ਜਿਨ੍ਹਾਂ ਦੇ ਕੋਲ ਇਸ ਮਾਰਗ ਦੀ ਸੋਝੀ ਨਹੀਂ, ਮੂਰਖਤਾ ਹੈ ਮਨ ਅੰਦਰ, ਉਹਨਾਂ ਤੇ ਜੀ ਗੁਰੂ ਦੀ ਕਲਾ ਵਾਪਰਦੀ ਹੈ। ਗੁਰੂ ਦੇ ਉਪਦੇਸ਼ ਚੰਗੇ ਲੱਗਦੇ ਨੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨਦੇ ਨੇ, ਉਹਨਾਂ ਨੂੰ ਵੀ ਮਹਿਸੂਸ ਹੁੰਦਾ ਉਹ ਵੀ ਤੇਰਾ ਦਰਸ਼ਨ ਕਰਦੇ ਨੇ ਤੇ ਦੇਖ ਦਰਸ ਸੁਗਿਆਨਾ, ਤਾਂ ਉਹ ਵੀ ਗਿਆਨਵਾਨ ਬਣ ਜਾਂਦੇ ਨੇ। ਸੁਗਿਆਨਾ ਮੁਗਧ ਮਨ ਵੀ, ਮੂਰਖ ਮਨ ਵੀ, ਗੰਦੇ ਵਿਚਾਰਾਂ ਵਾਲਾ, ਗੰਦੀ ਸੋਚ ਵਾਲਾ ਮਨ ਵੀ ਤੇਰੇ ਦੀਦਾਰ ਕਰਕੇ ਵਾਹਿਗੁਰੂ ਜੀ ਸੁਗਿਆਨਾ ਸੁਗਿਆਨਾ ਤੇਰੇ ਨਾਲ ਗੂੜੀ ਸਾਂਝ ਵਾਲਾ, ਸ੍ਰੇਸ਼ਟ ਗਿਆਨ ਵਾਲਾ ਬਣ ਜਾਂਦਾ ਹੈ। ਬਿਨਵੰਤ ਨਾਨਕ ਰਾਜ ਨਿਹਚਲ, ਪੂਰਨ ਪੁਰਖ ਭਗਵਾਨਾ, ਨਾਨਕ ਜੀ ਬੇਨਤੀ ਕਰਦੇ ਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਹੋਂਦ ਹਰ ਥਾਂ ਤੇ ਹੈ, ਪਰਿਪੂਰਨ ਹੈ, ਨਿਚਲ ਹੈ, ਅਡੋਲ ਹੈ, ਉਹਨਾਂ ਦਾ ਰਾਜ ਨਿਚਲ ਹੈ, ਉਹਨਾਂ ਦਾ ਨਿਜ਼ਮ ਸਦਾ ਚੱਲਦਾ ਹੈ ਵਾਹਿਗੁਰੂ ਜੀ ਦਾ। ਮੋਹਨ ਤੂੰ ਸੋ ਫਲ ਫਲਿਆ ਸਣ ਪਰਿਵਾਰੇ, ਵਾਹਿਗੁਰੂ ਜੀ ਇਹ ਸਾਰਾ ਸੰਸਾਰ ਤੇਰਾ ਪਰਿਵਾਰ ਹੈ ਕਿ ਤੂੰ ਸਭ ਦਾ ਪਿਤਾ ਹੈ, ਏਕ ਪਿਤਾ ਏਕ ਸਕੇ ਹਮ ਵਰਗ, ਤੇ ਤੇਰਾ ਪਰਿਵਾਰ ਗੁਣਾਂ ਦੇ ਫਲਾਂ ਨਾਲ ਭਰਿਆ ਪਿਆ। ਆਖੋ ਵਾਹਿਗੁਰੂ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਇਹ ਵਾਹਿਗੁਰੂ ਜੀ ਤੁਸੀਂ ਕਿਸੇ ਦੇ ਪਿਤਾ ਬਣੇ, ਤੁਹਾਡਾ ਪੁੱਤਰ ਬਣਿਆ, ਕਿਸੇ ਤੁਸੀਂ ਮਦਦਗਾਰ ਬਣੇ, ਭਾਈ ਮੀਤ ਬਣੇ, ਸਾਰਾ ਤੇਰਾ ਪਰਿਵਾਰ ਹੈ। ਜਿਹੜੇ ਤੈਨੂੰ ਸਮਰਪਿਤ ਹੋ ਗਏ, ਤੂੰ ਸਾਰਿਆਂ ਨੂੰ ਤਾਰ ਦਿੱਤਾ, ਬਖਸ਼ਿਸ਼ ਦੇ ਦਿੱਤੀ। ਤਾਰਿਆ ਜਹਾਨ ਲਹਿਆ ਬਿਮਾਨ, ਜਿਨੀ ਦਰਸ਼ਨ ਪਾਇਆ, ਵਾਹਿਗੁਰੂ ਜੀ ਨੇ ਕਿਹਨਾਂ ਨੂੰ ਜੀਵਨ ਜੁਗਤ ਦਿੱਤੀ, ਕਿਹਨਾਂ ਨੂੰ ਬਖਸ਼ਿਸ਼ ਦਿੱਤੀ। ਜਿਹੜੇ ਰੱਬ ਨੂੰ, ਗੁਰੂ ਨੂੰ ਸਮਰਪਿਤ ਹੋ ਗਏ, ਪਹਿਲਾਂ ਉਹਨਾਂ ਦੇ ਅੰਦਰੋਂ ਅਭਿਮਾਨ ਹੰਕਾਰ ਮਿਟ ਗਿਆ। ਜਿਨ੍ਹਾਂ ਅੰਦਰੋਂ ਹੰਕਾਰ ਮਿਟਿਆ, ਉਹਨਾਂ ਨੂੰ ਦਰਸ਼ਨ ਦੀਦਾਰ ਪ੍ਰਾਪਤ ਹੋ ਗਏ। ਰੱਬ ਨੇ ਸੱਚਾ ਗਿਆਨ ਬਣ ਕੇ ਦੀਦਾਰ ਦਿੱਤੇ, ਗੁਣ ਬਣ ਕੇ ਦੀਦਾਰ ਦਿੱਤੇ, ਨਿਜ਼ਮ ਬਣ ਕੇ ਦੀਦਾਰ ਦਿੱਤੇ। ਉਂਝ ਤਾਂ ਵਾਹਿਗੁਰੂ ਜੀ ਅਦ੍ਰਿਸ਼ਟ ਨੇ। ਆਖੋ ਵਾਹਿਗੁਰੂ। ਜਿਨੀ ਤੁਧਨੋ ਧਨ ਕਹਿਆ, ਤਿਨ ਜਮ ਨੇੜ ਨਾ ਆਇਆ, ਜਿਨ੍ਹਾਂ ਨੇ ਧਨ ਕਹਿਆ ਤੇ ਅਰਥ ਹੈ ਤੇਰੇ ਲਈ ਆਪਾ ਵਾਰ ਦਿੱਤਾ ਵਾਹਿਗੁਰੂ ਜੀ। ਜਿਹੜੇ ਤੁਹਾਨੂੰ ਸਮਰਪਿਤ ਹੋ ਗਏ, ਤੁਹਾਡੇ ਚਾਕਰ ਬਣ ਕੇ ਪਰਉਪਕਾਰ ਦੇ ਮਾਰਗ ਤੇ ਤੁਹਾਡੇ ਲਈ ਆਪਾ ਵਾਰ ਦਿੱਤਾ, ਉਹਨਾਂ ਦੇ ਵਿਕਾਰਾਂ ਰੂਪੀ ਜਮ ਨੇੜੇ ਨਹੀਂ ਆਏ। ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ, ਇਹ ਵਾਹਿਗੁਰੂ ਜੀ ਤੁਹਾਡੇ ਬੇਅੰਤ ਗੁਣ ਨੇ, ਕਥਨ ਨਹੀਂ ਹੋ ਸਕਦੇ। ਹਰ ਜੀਵ ਜੰਤੂ ਵਿੱਚ ਤੇਰੇ ਗੁਣ ਨੇ, ਹਰ ਬ੍ਰਿਕਸ਼ ਵਿੱਚ ਤੇਰੇ ਗੁਣ ਨੇ, ਜੋ ਕੁਝ ਦਿਖਾਈ ਦੇ ਰਿਹਾ ਸਭ ਕੁਝ ਵਿੱਚ ਤੇਰੇ ਗੁਣ ਨੇ। ਇਹ ਸਾਰਾ ਸੰਸਾਰ ਤੇਰੇ ਗੁਣਾਂ ਨਾਲ ਲਬਾਲਬ ਭਰਿਆ ਪਿਆ। ਵਾਹਿਗੁਰੂ ਜੀ ਤੁਹਾਡਾ ਜੋ ਤੁਹਾਡੀ ਹੋਂਦ ਹੈ, ਪੁਰਖ ਤੁਹਾਡੀ ਹੋਂਦ ਹਰ ਥਾਂ ਤੇ ਹੈ। ਕਿਵੇਂ? ਸਤਿਗੁਰ ਸਰੂਪ ਦੇ ਵਿੱਚ, ਸੱਚੇ ਗਿਆਨ ਦੇ ਰੂਪ ਵਿੱਚ। ਰੱਬ ਦਾ ਰੂਪ ਹੈ ਸੱਚਾ ਗਿਆਨ। ਉਹ ਪੁਰਖ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਸਮਾਇਆ ਹੋਇਆ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਜਿਤਨਾ ਸਤਿਗੁਰ ਸਰੂਪ ਨੂੰ ਸਮਝ ਲਵਾਂਗੇ, ਸੱਚੇ ਗਿਆਨ ਨੂੰ ਸਮਝ ਲਵਾਂਗੇ, ਉਪਦੇਸ਼ ਨੂੰ, ਤੇ ਜਿੰਨਾ ਜ਼ਿੰਦਗੀ 'ਚ ਜਿਉਂ ਲਵਾਂਗੇ, ਉਹਨਾਂ ਹਰ ਵਰਤਾਰੇ ਵਿੱਚੋਂ ਸਤਿਗੁਰ ਸਰੂਪ ਦੇ ਦੀਦਾਰ ਹੋ ਜਾਣਗੇ, ਸੱਚੇ ਗਿਆਨ ਦੇ ਦੀਦਾਰ ਹੋ ਜਾਣਗੇ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ, ਨਾਨਕ ਜੀ ਬੇਨਤੀ ਕਰਦੇ ਹਨ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਓਟ ਆਸਰਾ ਤੱਕਿਆ, ਜਿਨ੍ਹਾਂ ਨੂੰ ਵਿਸ਼ਵਾਸ ਵੱਜ ਗਿਆ ਕਿ ਸਭ ਤੋਂ ਵੱਡੇ ਮਦਦਗਾਰ ਵਾਹਿਗੁਰੂ ਜੀ ਨੇ, ਜਿਨ੍ਹਾਂ ਨੂੰ ਵਾਹਿਗੁਰੂ ਜੀ 'ਤੇ ਪੂਰਾ ਭਰੋਸਾ, ਅਡੋਲਤਾ ਮਿਲ ਗਈ, ਉਹ ਵਾਹਿਗੁਰੂ ਜੀ ਦੇ ਲੜ ਲੱਗ ਕੇ, ਗੁਰੂ ਦੇ ਉਪਦੇਸ਼ਾਂ ਦੇ ਲੜ ਲੱਗ ਕੇ, ਗੁਰੂ ਦੇ ਚਾਕਰ, ਰੱਬ ਦੇ ਚਾਕਰ ਬਣ ਕੇ ਉਹਨਾਂ ਆਪਾ ਵਾਰਿਆ, ਤਰਿਆ ਸੰਸਾਰੇ। ਉਹਨਾਂ ਸੰਸਾਰ ਵਿੱਚ ਜੀਵਨ ਨੂੰ ਮੈਨੇਜ ਕਰਨਾ ਸਿੱਖ ਲਿਆ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਜਿਹੜੇ ਪਹਿਲਾਂ ਛੰਤ ਸਨ, ਉਹਨਾਂ ਨਾਲ ਸ਼ਲੋਕ ਨਹੀਂ ਸੀ। ਹੁਣ ਜਿਹੜਾ ਸ਼ਬਦ ਹੈ, ਇਹਦੇ ਨਾਲ ਪਹਿਲਾਂ ਸ਼ਲੋਕ ਹੈ 2 ਪੰਕਤੀਆਂ ਦਾ, ਫਿਰ ਛੰਤ ਹੈ। ਸ਼ਲੋਕ। ਇਸ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ,
ਜਿਹੜੇ ਵਾਹਿਗੁਰੂ ਜੀ ਮੈਲੇ ਸੁਭਾਅ ਤੇ ਮੈਲੀ ਸੋਚ ਵਾਲੇ ਨੂੰ ਪਵਿੱਤਰ ਕਰ ਦਿੰਦੇ ਨੇ। ਅਸੰਖ ਅਣਗਿਣਤ ਹੀ ਐਸੇ ਜੀਵਨ ਪਵਿੱਤਰ ਕੀਤੇ ਨੇ ਜਿਸ ਵਾਹਿਗੁਰੂ ਜੀ ਨੇ ਉਹਨਾਂ ਨੂੰ ਪੁਨः ਪੁਨः ਬਲਿਹਾਰ ਬਾਰ-ਬਾਰ ਕੁਰਬਾਨ ਜਾਣਾ ਹੈ, ਭਾਵ ਹਰ ਵੇਲੇ ਰੱਬ ਦੇ ਲਈ, ਗੁਰੂ ਦੇ ਲਈ ਆਪਾ ਵਾਰਨਾ ਹੈ। ਨਾਨਕ ਰਾਮ ਨਾਮ ਜਪ ਪਾਵਕੋ, ਤਿਨ ਕਿਲ ਵਿਖ ਦਾਹਨਹਾਰ। ਰੱਬ ਦਾ ਗਿਆਨ ਰੂਪੀ ਨਾਮ, ਐਸਾ ਗਿਆਨ ਦਾ ਪ੍ਰਤਾਪ ਹੈ ਉਸ ਵਿੱਚ, ਪਾਵਕ ਅੱਗ ਦਾ ਪ੍ਰਤਾਪ, ਅੱਗ ਦਾ ਸੇਕ। ਰੱਬ ਦੇ ਗਿਆਨ ਵਿੱਚ ਐਸਾ ਪ੍ਰਤਾਪ ਹੈ, ਕਿਲ ਵਿਖ ਦਾਹਨਹਾਰ, ਜਿਵੇਂ ਅੱਗ ਜਿਹੜੀ ਹੈ ਉਹ ਤ੍ਰਿਣ ਨੂੰ, ਘਾਹ ਫੂਸ ਨੂੰ ਸਾੜ ਦਿੰਦੀ ਹੈ, ਇਸੇ ਤਰ੍ਹਾਂ ਪਾਪ ਪ੍ਰਵਿਰਤੀ ਨੂੰ ਵਾਹਿਗੁਰੂ ਜੀ ਦਾ ਸੱਚਾ ਗਿਆਨ ਅੰਦਰੋਂ ਸਾੜ ਦਿੰਦਾ। ਆਖੋ ਵਾਹਿਗੁਰੂ। ਦਾਹਨਹਾਰ ਨੇ, ਸਾੜਨਹਾਰ ਨੇ ਪਾਪ ਪ੍ਰਵਿਰਤੀਆਂ ਨੂੰ, ਕਿਲ ਵਿਖ ਵਿਕਾਰਾਂ ਵਾਲੇ ਸੁਭਾਅ ਨੂੰ, ਵਿਕਾਰਾਂ ਦੇ ਰਸਾਂ ਦੀਆਂ ਬਿਰਤੀਆਂ ਨੂੰ, ਬੁਰੀਆਂ ਆਦਤਾਂ ਨੂੰ ਸਾੜਨ ਵਾਲਾ ਹੈ ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ, ਸੱਚਾ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼। ਜਿਸ ਨੇ ਵੀ ਮੰਨ ਲਏ ਉਹਦੇ ਅੰਦਰੋਂ ਪ੍ਰਵਿਰਤੀ ਖਤਮ ਹੋ ਗਈ। ਆਖੋ ਵਾਹਿਗੁਰੂ। ਛੰਤ ਅੱਗੋਂ 6 ਪੰਕਤੀਆਂ ਦਾ ਇੱਕ ਪਦਾ, ਇੱਦਾਂ 6 ਪੰਕਤੀਆਂ ਦੇ ਪਦੇ ਵਾਲਾ ਛੰਤ ਸ਼ੁਰੂ ਹੋ ਰਿਹਾ, ਜਿਹਦੇ 2 ਪਦਿਆਂ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਜਪ ਮਨਾ ਤੂੰ ਰਾਮ ਨਾਰਾਇਣ ਗੋਬਿੰਦਾ ਹਰ ਮਾਧੋ। ਐ ਮਨਾ, ਜਿਸ ਨੂੰ ਰਾਮ ਕਿਹਾ, ਜਿਹਨੂੰ ਨਾਰਾਇਣ ਕਿਹਾ, ਜਿਹਨੂੰ ਗੋਬਿੰਦ ਕਿਹਾ, ਜਿਹਨੂੰ ਹਰੀ ਕਿਹਾ, ਜਿਹਨੂੰ ਮਾਧੋ ਕਿਹਾ, ਐਸੇ ਵਾਹਿਗੁਰੂ ਜੀ ਨੂੰ ਤੂੰ ਜਪ, ਸਮਰਪਿਤ ਹੋ। ਧਿਆਏ ਮਨਾ ਮੁਰਾਰ ਮੁਕੰਦੇ, ਕੱਟੀਐ ਕਾਲ ਦੁਖ ਫਾਧੋ। ਉਸ ਵਾਹਿਗੁਰੂ ਜੀ ਵੱਲ ਧਿਆਨ ਰੱਖਿਆ ਕਰ ਮਨਾ, ਜੋ ਬੇਕਾਰੀ ਪ੍ਰਵਿਰਤੀਆਂ ਨੂੰ ਕੱਟ ਦਿੰਦੇ ਨੇ, ਆਦਤਾਂ ਦੀ ਫਾਂਸੀ ਨੂੰ ਕੱਟ ਦਿੰਦੇ ਨੇ, ਆਤਮਿਕ ਮੌਤ ਆਉਣ ਤੋਂ ਬਚਾ ਦਿੰਦੇ ਨੇ। ਆਤਮਿਕ ਮੌਤ ਵਾਲੇ ਪਾਸੇ ਖਿੱਚਣ ਵਾਲੀਆਂ ਜਿਹੜੀਆਂ ਪ੍ਰਵਿਰਤੀਆਂ ਨੇ, ਦੁੱਖ ਨੇ, ਉਹਨਾਂ ਦੁੱਖਾਂ ਵਿੱਚ ਫਸੇ ਹੋਏ ਮਨ ਨੂੰ ਇਹ ਕੱਢ ਦਿੰਦੇ ਨੇ ਉਹਨਾਂ ਫਾਂਸੀ ਦੇ ਵਿੱਚੋਂ, ਤੇ ਆਤਮਿਕ ਜੀਵਨ ਵੱਲ ਤੋਰ ਦਿੰਦੇ ਨੇ। ਐਸੇ ਵਾਹਿਗੁਰੂ ਜੀ ਦੁੱਖ ਹਰਨ, ਦੀਨ ਸ਼ਰਨ, ਸਿਰੀ ਧਰ, ਚਰਨ ਕਮਲ ਅਰਾਧੀਐ। ਦੁੱਖਾਂ ਦਾ ਨਾਸ਼ ਕਰਨ ਵਾਲੇ, ਦੀਨਾਂ ਨਿਮਾਣਿਆਂ ਤੇ ਬਖਸ਼ਿਸ਼ ਕਰਨ ਵਾਲੇ, ਜਿਹੜਾ ਉਹਨਾਂ ਦੀ ਸ਼ਰਨ ਲੈਂਦਾ ਹੈ, ਉਹ ਸ਼ਰਨ ਪਏ ਦੀ ਲਾਜ ਰੱਖਣ ਵਾਲੇ, ਉਹਨਾਂ ਦੀ ਸ਼ਰਨ ਪੈਣਾ ਹੈ। ਚਰਨ ਕਮਲ ਅਰਾਧੀ ਹੈ, ਰੱਬ ਦੇ ਉਪਦੇਸ਼ਾਂ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣਾ, ਰੱਬ ਦੇ ਚਰਨ ਕਮਲਾਂ ਦੀ ਅਰਾਧਨਾ ਹੈ। ਜਮ ਪੰਥ ਬਿਖੜਾ ਅਗਨ ਸਾਗਰ, ਨਿਮਰਤ ਨਿਮਕ ਸਿਮਰਤ ਸਾਧੀ ਹੈ। ਇਹ ਵਿਕਾਰਾਂ ਦੀਆਂ ਬੁਰੀਆਂ ਪ੍ਰਵਿਰਤੀਆਂ ਵਾਲਾ, ਜਿਹੜੀਆਂ ਸੋਚਾਂ ਸੁਭਾਅ ਦੇ ਲਹਿਰਾਂ ਦਾ ਬਿਖੜਾ ਰਸਤਾ ਹੈ। ਅੰਦਰ ਜਿਤਨੀਆਂ ਵਿਕਾਰਾਂ ਦੀਆਂ ਸੋਚਾਂ ਵਿਚਾਰਾਂ ਦੀਆਂ ਲਹਿਰਾਂ ਨੇ, ਇਹ ਅੱਗ ਦਾ ਸਾਗਰ ਹੈ। ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਕੇ ਪ੍ਰੈਕਟੀਕਲ ਜਿਉਏਗਾ, ਇੱਕ ਸੈਕਿੰਡ ਵਿੱਚ ਰੱਬ ਦੀ ਯਾਦ ਪੈਦਾ ਹੁੰਦੀ ਹੈ, ਸੋਚ ਸੁਭਾਅ ਸੰਵਾਰਿਆ ਜਾਂਦਾ। ਆਖੋ ਵਾਹਿਗੁਰੂ। ਕਲ ਮਲ ਹੈ ਦਹਤਾ ਸ਼ੁੱਧ ਕਰਤਾ, ਦਿਨ ਸਰੈਣ ਅਰਾਧੋ। ਜੋ ਵਾਹਿਗੁਰੂ ਜੀ ਪਾਪ ਪ੍ਰਵਿਰਤੀਆਂ ਦਾ ਸਾਡੇ ਅੰਦਰੋਂ ਨਾਸ਼ ਕਰਦੇ ਨੇ, ਅੰਦਰ ਸ਼ੁੱਧ ਬਿਰਤੀ ਪੈਦਾ ਕਰ ਦਿੰਦੇ ਨੇ, ਐਸੇ ਵਾਹਿਗੁਰੂ ਜੀ ਦੀ ਦਿਨ ਰਾਤ ਅਰਾਧਨਾ ਕਰਨੀ ਹੈ। ਦਿਨ ਰਾਤ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ। ਦਿਨ ਸਰੈਣ ਅਰਾਧੋ। ਬਿਨਵੰਤ ਨਾਨਕ ਕਰਹੁ ਕਿਰਪਾ, ਗੋਪਾਲ ਗੋਬਿੰਦ ਮਾਧੋ। ਸਾਨੂੰ ਬੇਨਤੀ ਕਰਨੀ ਸਿਖਾਉਂਦੇ ਨੇ ਗੁਰੂ ਪਾਤਸ਼ਾਹ, ਕਹਿੰਦੇ ਨੇ ਹੇ ਗੋਪਾਲ, ਹੇ ਗੋਬਿੰਦ ਮਾਧੋ, ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਦਿਓ, ਸਾਨੂੰ ਵੀ ਆਤਮਿਕ ਜੀਵਨ ਜਿਉਣਾ ਆ ਜਾਵੇ। ਸਿਮਰ ਮਨਾ ਦਾਮੋਦਰ ਦੁਖ ਹਰ, ਭੈ ਪੰਜਨ ਹਰ ਰਾਇਆ। ਐ ਮਨਾ, ਦੁੱਖਾਂ ਦਾ ਨਾਸ਼ ਕਰਨ ਵਾਲੇ, ਅੰਦਰੋਂ ਭੈ ਨੂੰ ਦੂਰ ਕਰਨ ਵਾਲੇ, ਜਿਨ੍ਹਾਂ ਦਾ ਰਾਜ ਚੱਲਦਾ ਹੈ, ਉਸ ਹਰੀ ਵਾਹਿਗੁਰੂ ਜੀ ਨੂੰ ਰਾਇਆ, ਜਿਨ੍ਹਾਂ ਦਾ ਨਿਜ਼ਮ ਚੱਲਦਾ ਹੈ, ਰਾਜ ਚੱਲਦਾ ਹੈ, ਮਨਾ ਉਹਦੀ ਮਿੱਠੀ ਮਿੱਠੀ ਯਾਦ ਵਿੱਚ ਜੀਵਨ ਜਿਉਇਆ ਕਰ। ਸਿਮਰ, ਜਿਉਂ-ਜਿਉਂ ਧਿਆਨ ਰੱਬ ਵੱਲ ਰਹੇਗਾ, ਧਿਆਨ ਰੱਬ ਦੇ ਸੱਚੇ ਗਿਆਨ ਵੱਲ ਰਹੇਗਾ,
ਜਦੋਂ ਧਿਆਨ ਰੱਬ ਦੇ ਗੁਣਾਂ ਵੱਲ ਰਹੇਗਾ, ਜਦੋਂ ਧਿਆਨ ਗੁਰੂ ਦੇ ਉਪਦੇਸ਼ਾਂ ਵੱਲ ਰਹੇਗਾ, ਤੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਅੰਦਰ ਬਣਿਆ ਰਹੇਗਾ। ਮਨਾ ਇਸ ਤਰ੍ਹਾਂ ਜਿਉਇਆ ਕਰ। ਸ੍ਰੀ ਰੰਗੋ ਦਇਆਲ ਮਨੋਹਰ ਭਗਤ ਬਸ਼ਲ ਬਿਰਦਾਇਆ। ਉਹ ਵਾਹਿਗੁਰੂ ਜੀ ਐਸੇ ਨੇ ਜਿਹੜੇ ਸ੍ਰੀ ਰੰਗੋ ਪਿਆਰ ਵੰਡਣ ਵਾਲੇ, ਦਇਆ ਕਰਨ ਵਾਲੇ, ਮਨ ਨੂੰ ਮੋਹਣ ਵਾਲੇ, ਭਗਤਾਂ ਦੇ ਨਾਲ ਭਗਤੀ ਦੇ ਨਾਲ ਪਿਆਰ ਕਰਨ ਵਾਲੇ, ਬੜੇ ਹੀ ਪਿਆਰ ਵਾਲੇ ਸੁਭਾਅ ਵਾਲੇ ਵਾਹਿਗੁਰੂ ਜੀ ਹਨ। ਭਗਤ ਬਸ਼ਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈਐ। ਉਹ ਭਗਤੀ ਨਾਲ ਪਿਆਰ ਕਰਨ ਵਾਲੇ ਨੇ ਵਾਹਿਗੁਰੂ ਜੀ। ਜੇ ਤੇਰੇ ਅੰਦਰ ਭਾਵਨਾ ਹੋਏਗੀ ਨਾ, ਇੱਛਾ ਹੋਏਗੀ, ਲਗਨ ਹੋਏਗੀ, ਜੇ ਤੇਰੇ ਅੰਦਰ ਸ਼ੁੱਧ ਭਾਵਨਾ, ਸ਼ੁੱਧ ਲਗਨ ਤੇ ਗੁਰੂ ਦੇ ਮਾਰਗ ਤੇ ਤੁਰਨ ਦਾ ਸਿਦਕ ਅਡੋਲਤਾ ਹੋਏਗੀ ਨਾ, ਇਹ ਮੰਗਣ ਦੀ ਭਾਵਨਾ ਹੋਏਗੀ, ਤੇ ਇਹ ਚਿੰਦਿਆ ਤੇਰੀ ਮਨ ਵਿੱਚ ਚਿੰਦਿਆ ਇਸ ਤਰ੍ਹਾਂ ਦੀ ਇੱਛਾ ਉਹ ਆਪੇ ਪੂਰੀ ਕਰਦੇ ਨੇ। ਆਖੋ ਵਾਹਿਗੁਰੂ। ਬੋਲ ਕੇ ਦੱਸਣ ਦੀ ਲੋੜ ਨਹੀਂ, ਉਹ ਤੇ ਬਿਨ ਬੋਲਿਆ ਸਭ ਕੁਝ ਜਾਣਦਾ ਕਿ ਸਾਗੈ ਕੀਚੈ ਅਰਦਾਸ। ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ। ਜਿਹੜੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਨੂੰ ਤੇ ਧਿਆਨ ਰੂਪੀ ਨਾਮ ਨੂੰ ਵਸਾਉਂਦੇ ਨੇ ਨਾ, ਅੰਦਰ ਤਮ ਹੁੰਦਾ ਹੈ ਹਨੇਰਾ, ਲੈਕ ਆਫ ਨੌਲੇਜ, ਅਗਿਆਨਤਾ। ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਕਿਉਂਕਿ ਅਸੀਂ ਅਗਿਆਨਤਾ ਵਿੱਚ, ਨਾ ਸਮਝੀ ਵਿੱਚ, ਅੰਧਕੂਪ, ਅਸੀਂ ਇੱਦਾਂ ਸੈਲਫਿਸ਼ ਜਿਹੇ ਹੋ ਕੇ ਜਿਉਂਦੇ ਹਾਂ ਜਿਵੇਂ ਹਨੇਰੇ ਖੂਹ ਵਿੱਚ ਇੱਕ ਡੱਡੂ ਜਿਉਂਦਾ। ਆਖੋ ਵਾਹਿਗੁਰੂ। ਉਹ ਡੱਡੂ ਉਸ ਖੂਹ ਵਿੱਚ ਉਹਨੂੰ ਸਮਝਦਾ ਆਹੀ ਦੁਨੀਆ ਹੈ। ਕਹਿੰਦੇ ਕੋਈ ਹੰਸ ਜਾਂਦਾ ਹੈ ਖੂਹ ਦੀ ਮੌਣ ਤੇ, ਉਹਨੂੰ ਕਹਿੰਦਾ ਹੈ, ਪੁੱਛਦਾ ਹੈ ਡੱਡੂ ਹੰਸ ਨੂੰ, ਕਹਿੰਦਾ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਕਹਿੰਦਾ ਮੈਂ ਪਾਣੀ ਤੇ ਰਹਿਣਾ। ਕਹਿੰਦਾ ਹੱਦ ਹੋ ਗਈ, ਪਾਣੀ ਦਾ ਜੀਵ ਹੋਵੇਂ ਮੈਨੂੰ ਨਾ ਪਤਾ ਲੱਗੇ? ਹੰਸ ਹੱਸਦਾ ਹੈ, ਕਹਿੰਦਾ ਪਿਆਰਿਆ ਤੂੰ ਜਿਸ ਪਾਣੀ 'ਚ ਰਹਿਣਾ ਉਹ ਪਾਣੀ ਬਹੁਤ ਛੋਟਾ ਹੈ। ਉਹ ਡੱਡੂ ਛਾਲ ਮਾਰ ਕੇ ਕਹਿੰਦਾ ਤੇਰਾ ਪਾਣੀ ਐਡਾ ਕੁ ਹੈ? ਹੰਸ ਹੱਸਦਾ ਹੈ, ਕਹਿੰਦਾ ਇਹ ਤਾਂ ਬਹੁਤ ਵੱਡਾ ਹੈ। ਉਹ ਫਿਰ ਖੂਹ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਵੱਡੀ ਛਾਲ ਮਾਰਦਾ ਹੈ, ਕਹਿੰਦਾ ਐਡਾ ਹੈ? ਹੰਸ ਕਹਿੰਦਾ ਨਹੀਂ, ਇਹ ਤਾਂ ਬਹੁਤ ਵੱਡਾ ਹੈ। ਕਹਿੰਦਾ ਜਾ ਤੂੰ ਵੀ ਝੂਠਾ ਹੈ ਤੇ ਤੇਰਾ ਸੰਸਾਰ ਵੀ, ਪਾਣੀ ਵੀ ਝੂਠਾ ਹੈ। ਹੰਸ ਨੂੰ ਇਸ ਗੱਲ ਦਾ ਗੁੱਸਾ ਆਇਆ। ਹੰਸ ਕਹਿੰਦਾ ਮੈਨੂੰ ਝੂਠਾ ਕਹਿ ਦਿੰਦਾ ਕੋਈ ਗੱਲ ਨਹੀਂ, ਇਹ ਤਾਂ ਮੇਰੇ ਸਰੋਵਰ ਨੂੰ ਵੀ ਝੂਠਾ ਕਹਿ ਰਿਹਾ। ਹੰਸ ਨੇ ਉਹਨੂੰ ਚੁੰਝ ਤੋਂ ਫੜਿਆ, ਉੱਪਰ ਉੱਡ ਗਿਆ, ਚੱਲ ਮੈਂ ਤੈਨੂੰ ਪਾਣੀ ਦਿਖਾਵਾਂ। ਉਹ ਕਹਿੰਦਾ ਮੇਰਾ ਸਾਹ ਘੁੱਟਿਆ ਜਾ ਰਿਹਾ, ਮੈਨੂੰ ਤੇ ਉੱਥੇ ਹੀ ਛੱਡ ਦੇ, ਕਿਉਂਕਿ ਉਹਨੂੰ ਖੂਹ ਦੇ ਡੱਡੂ ਨੂੰ ਖੂਹ ਵਿੱਚ ਰਹਿਣਾ ਹੀ ਚੰਗਾ ਲੱਗਦਾ। ਆਖੋ ਵਾਹਿਗੁਰੂ। ਜਿਹੜਾ ਸੈਲਫਿਸ਼ ਹੋ ਕੇ ਜਿਉਂਦਾ ਹੈ ਨਾ, ਆਪਣੇ ਲਈ, ਆਪਣੇ ਪਰਿਵਾਰ ਲਈ, ਇਸ ਤੋਂ ਵੱਧ ਕੁਛ ਨਹੀਂ। ਸਮਾਜ ਦੇ ਲਈ, ਕੌਮ ਦੇ ਲਈ ਕੀ ਕਰਨਾ ਹੈ ਕੋਈ ਧਿਆਨ ਚੇਤਾ ਹੀ ਨਹੀਂ। ਭਗਤੀ ਕਰਨੀ ਆਪਣੇ ਲਈ, ਬਾਣੀ ਪੜ੍ਹਨੀ ਆਪਣੇ ਲਈ, ਸੇਵਾ ਕਰਨੀ ਆਪਣੇ ਲਈ। ਜਿਹੜਾ ਕੇਵਲ ਆਪਣੇ ਲਈ ਜਿਉਂਦਾ ਨਾ, ਸੈਲਫਿਸ਼ ਹੋ ਕੇ ਜਿਉਂਦਾ, ਉਹਦੀ ਦੁਨੀਆ ਬਹੁਤ ਛੋਟੀ ਹੈ, ਉਹਦੀ ਸੋਚ ਬਹੁਤ ਛੋਟੀ ਹੈ। ਤੇ ਜਿਹੜਾ ਬਾਣੀ ਵੀ ਨਹੀਂ ਪੜ੍ਹਦਾ, ਸੇਵਾ ਵੀ ਨਹੀਂ ਕਰਦਾ, ਸੰਗਤ ਵੀ ਨਹੀਂ ਕਰਦਾ, ਮਨਮੁਖਤਾਈ ਦੇ ਵਿੱਚ ਬਿਲਕੁਲ ਸੈਲਫਿਸ਼ ਹੋ ਕੇ ਜਿਉਂਦਾ, ਉਹ ਤੇ ਹਨੇਰੇ ਖੂਹ ਦੇ ਵਿੱਚ ਡੁੱਬਿਆ ਹੋਇਆ। ਅਸੀਂ ਐਸੇ ਛੋਟੀ ਸੋਚ ਵਿੱਚ ਹਨੇਰੇ ਖੂਹ ਵਿੱਚ ਡੁੱਬੇ ਹੋਏ ਹਾਂ ਕਿ ਜੇ ਨਾਮ ਹਿਰਦੇ 'ਚ ਵਸ ਜਾਵੇ ਨਾ, ਫਿਰ ਗੁਰੂ ਸਾਹਿਬ ਵਿਸ਼ਾਲ ਸੋਚ ਦੇ ਮਾਲਕ ਬਣਾ ਦਿੰਦੇ ਨੇ। ਫਿਰ ਅੰਦਰ ਵੱਡੇ ਵਿਜ਼ਨ ਬਣ ਜਾਂਦੇ ਨੇ, ਵੱਡੇ ਨਿਸ਼ਾਨੇ ਬਣ ਜਾਂਦੇ ਨੇ। ਫਿਰ ਆਪਾ ਮਾਰਨ ਦੀ ਭਾਵਨਾ, ਵਿਚਾਰ ਉੱਚੀ ਹੋ ਜਾਂਦੀ ਹੈ, ਸੋਚ ਉੱਚੀ ਹੋ ਜਾਂਦੀ ਹੈ। ਆਖੋ ਵਾਹਿਗੁਰੂ। ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਿਕ ਭਗਤੀ ਲਾਇਆ। ਰੱਬ ਦੇ ਗੁਣਾਂ ਰਾਹੀਂ, ਰੱਬੀ ਗਿਆਨ ਰਾਹੀਂ ਅਣਗਿਣਤ ਦੇਵਤਾ ਸੁਭਾਅ ਵਾਲੇ, ਅਣਗਿਣਤ ਉਹ ਮਨੁੱਖ ਜਿਨ੍ਹਾਂ ਦਾ ਜੀਵਨ ਵੈਸੇ ਹੀ ਸਿੱਧੇ ਪਾਸੇ ਚੱਲ ਰਿਹਾ ਸੀ। ਗਣ ਗੰਧਰਵ ਮੁਨੀ ਜਨ, ਪਤਾ ਨਹੀਂ ਕਿੰਨਿਆਂ ਨੂੰ ਭਗਤੀ ਲਾਇਆ, ਪਤਾ ਨਹੀਂ ਕਿਤਨਿਆਂ ਦੇ ਜੀਵਨ ਸਫਲ ਕੀਤੇ। ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰ ਰਾਇਆ। ਇਹ ਵਾਹਿਗੁਰੂ ਜੀ, ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਇੱਦਾਂ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਿਖਾਉਂਦੇ ਨੇ। ਇੱਦਾਂ ਅੰਦਰ ਤੜਫ ਹੋਵੇ, ਪਿਆਸ, ਅਰਦਾਸ ਬਣੇ, ਕਰੋ ਕਿਰਪਾ ਵਾਹਿਗੁਰੂ ਜੀ, ਕਿਰਪਾ ਕਰੋ। ਤੁਸੀਂ ਪਾਰ ਬ੍ਰਹਮ ਹੋ, ਯੂਨੀਵਰਸ ਨੂੰ ਸਾਜਣ ਵਾਲੇ ਹੋ, ਸਮੁੱਚੇ ਯੂਨੀਵਰਸ ਵਿੱਚ ਤੁਸੀਂ ਸਮਾਏ ਹੋਏ ਹੋ, ਸੱਚਾ ਗਿਆਨ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ। ਹਰ ਰਾਇਆ ਤੁਹਾਡਾ ਰਾਜ ਚੱਲਦਾ, ਤੁਹਾਡਾ ਨਿਜ਼ਮ ਚੱਲਦਾ। ਵਾਹਿਗੁਰੂ ਜੀ ਸਾਨੂੰ ਵੀ ਬਖਸ਼ਿਸ਼ ਦਿਓ, ਸੋਝੀ ਦਿਓ,
ਆਤਮਿਕ ਜੀਵਨ ਜਿਉਣਾ ਆ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ